ਨਵੇਂ ਸਾਲ ਪੂਰਬ ਦੀ ਸ਼ਾਮ ਤੇ ਲੋਕੀ ਇੱਧਰ-ਉੱਧਰ ਘੁੰਮ ਕੇ ਨਵਾਂ ਸਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰਾਵਨੇ, ਬੁੱਢੇ, ਅਜੀਬ ਵਿਖਣ ਵਾਲੇ ਮਿਸਟਰ ਸਕਰੂਜ ਆਪਣੇ ਆਫਿਸ ਦੀ ਬਾਰੀ ਤੋਂ ਬਾਹਰ ਵੇਖ ਰਹੇ ਸੀ। ਕੀ ਬਕਵਾਸ ਹੈ, ਇੰਨੀ ਠੰਡ ਵਿੱਚ ਲੋਕ ਘੁੰਮ ਰਹੇ ਨੇ। ਮੈਨੂੰ ਨਵੇਂ ਸਾਲ ਤੋਂ ਨਫ਼ਰਤ ਹੈ। ਮਿਸਟਰ ਸਕਰੂਜ ਆਪਣੀ ਮੇਜ਼ ਤੇ ਬਹਿ ਕੇ ਉਹਨਾਂ ਸਾਰੇ ਲੋਕਾਂ ਦੀ ਲਿਸਟ ਚੈੱਕ ਕਰ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ। ਝੱਕਦੇ ਹੋਏ ਉਹਨਾਂ ਦਾ ਸਹਾਇਕ ਉੱਥੇ ਆਇਆ ਤੇ ਉਹਨਾਂ ਨੂੰ ਪੁੱਛਿਆ, ਕੀ ਇਹ ਹੋ ਸਕਦਾ ਹੈ ਕਿ ਮੈਂ ਅੱਜ ਛੇਤੀ ਚਲਾ ਜਾਵਾਂ? ਤੁਹਾਨੂੰ ਤਾਂ ਪਤਾ ਹੀ ਕਿ ਨਵਾਂ ਸਾਲ ਆ ਰਿਹਾ ਹੈ ਤੇ ਮੈਂ ਆਪਣੇ ਪੁੱਤਰ ਵਾਸਤੇ ਤੋਹਫਾ ਲੈਣਾ ਹੈ। ਬਿਲਕੁਲ ਨਹੀਂ ਜਾ ਸਕਦੇ। ਉਪਹਾਰ ਲੈਣਾ ਹੈ। ਜਾਓ ਜਾ ਕੇ ਕੰਮ ਕਰੋ। ਤੇ ਅੱਜ ਆਖਰੀ ਦਿਨ ਹੈ, ਕਿਉਂ? ਤੁਹਾਨੂੰ ਪਹਿਲੇ ਖਰੀਦ ਲੈਣਾ ਚਾਹੀਦਾ ਸੀ। ਬੜੀ ਉਦਾਸੀ ਦੇ ਨਾਲ ਉਹਨਾਂ ਦਾ ਸਹਾਇਕ ਕੰਮ ਤੇ ਵਾਪਸ ਆ ਗਿਆ। ਉਸੇ ਪਲ ਦਰਵਾਜ਼ਾ ਖੜਕਿਆ। ਉਹਨਾਂ ਦੀ ਤਰ੍ਹਾਂ ਅਜੀਬ ਵਿਖਣ ਵਾਲਾ ਕੁੱਤਾ ਦਰਵਾਜ਼ੇ ਤੇ ਭੌਂਕ ਰਿਹਾ ਸੀ। ਮਿਸਟਰ ਸਕਰੂਜ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਦੇ ਜਵਾਨ ਭਤੀਜੇ ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਉਹਨਾਂ ਨੂੰ ਨਵੇਂ ਸਾਲ ਦੇ ਡਿਨਰ ਦੇ ਲਈ ਬੁਲਾਵਾ ਦਿੱਤਾ, ਪਰ ਮਿਸਟਰ ਸਕਰੂਜ ਨੂੰ ਨਵਾਂ ਸਾਲ ਮਨਾਉਣਾ ਪਸੰਦ ਨਹੀਂ ਸੀ ਅਤੇ ਉਹਨਾਂ ਨੂੰ ਇਹ ਸਭ ਬਕਵਾਸ ਲੱਗਦਾ ਸੀ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਦੇ ਭਤੀਜੇ ਦੇ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਰਵਾਜ਼ਾ ਫਿਰ ਤੋਂ ਖੜਕਿਆ। ਓਹ, ਹੁਣ ਕੀ ਹੈ? ਮੈਨੂੰ ਕੱਲਾ ਛੱਡ ਦੇ, ਮੈਨੂੰ ਕੰਮ ਕਰਨਾ ਹੈ। ਇਸ ਵਾਰ 2 ਲੋਕ ਅੰਦਰ ਆਏ ਤੇ ਉਹਨਾਂ ਨੇ ਪੁੱਛਿਆ ਕਿ ਕੀ ਉਹ ਅਨਾਥਾਂ ਨੂੰ ਕੁਝ ਪੈਸੇ ਦਾਨ ਕਰ ਸਕਦੇ ਨੇ। ਮਿਸਟਰ ਸਕਰੂਜ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਾਓ ਇੱਥੋਂ, ਜਾਓ, ਦੂਜੇ ਦਰਵਾਜ਼ੇ ਤੇ ਜਾਓ। ਮੇਰੇ ਕੋਲ ਸੜਕਾਂ ਤੇ ਸੁੱਟਣ ਦੇ ਲਈ ਪੈਸੇ ਨਹੀਂ ਨੇ। ਨਿਰਾਸ਼ ਹੋ ਕੇ ਉਹ ਲੋਕੀ ਵੀ ਚਲੇ ਗਏ। ਸ਼ਾਮ ਨੂੰ ਮਿਸਟਰ ਸਕਰੂਜ ਘਰ ਚਲੇ ਗਏ। ਉਹਨਾਂ ਨੇ ਪਜਾਮਾ ਪਾਇਆ ਤੇ ਸੋਫੇ ਤੇ ਬਹਿ ਗਏ ਤੇ ਉਸੇ ਪਲ ਕੁਝ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗੀਆਂ। ਬੂਹੇ ਬਾਰੀਆਂ ਆਪਣੇ ਆਪ ਖੁੱਲਣ ਬੰਦ ਹੋਣ ਲੱਗੇ। ਦਰਵਾਜ਼ੇ ਤੋਂ ਡਰਾਵਨੀ ਆਵਾਜ਼ਾਂ ਆਉਣ ਲੱਗੀਆਂ। ਚਾਰੋਂ ਪਾਸੇ ਅਜੀਬ ਆਵਾਜ਼ਾਂ ਘੁੰਮਣ ਲੱਗੀਆਂ। ਕੁੱਤੇ ਨੇ ਫਿਰ ਤੋਂ ਇੱਕ ਵਾਰ ਭੌਂਕਣਾ ਸ਼ੁਰੂ ਕਰ ਦਿੱਤਾ। ਮਿਸਟਰ ਸਕਰੂਜ ਨੇ ਪਹਿਲਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਪਰ ਅਚਾਨਕ ਉਹਨਾਂ ਨੂੰ ਆਪਣੇ ਸਾਹਮਣੇ ਇੱਕ ਭੂਤ ਨਜ਼ਰ ਆਇਆ। ਮਿਸਟਰ ਸਕਰੂਜ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਇੰਨਾ ਨਹੀਂ ਡਰੇ ਸੀ। ਭੂਤ ਉਹਨਾਂ ਦਾ ਇੱਕ ਆਫਿਸ ਦਾ ਦੋਸਤ ਸੀ ਜਿਸ ਦੀ ਹੁਣੇ-ਹੁਣੇ ਮੌਤ ਹੋਈ ਸੀ। ਬੜੀ ਮੁਸ਼ਕਲ ਨਾਲ ਮਿਸਟਰ ਸਕਰੂਜ ਬੋਲੇ, ਤੂੰ? ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਤਾਂ ਮਰ ਚੁੱਕਿਆ ਹੈ। ਚਲ ਜਾ ਇੱਥੋਂ, ਚਲ ਜਾ ਇੱਥੋਂ। ਮੈਨੂੰ ਕੱਲਾ ਛੱਡ ਦੇ। ਮੈਂ ਕੁਝ ਨਹੀਂ ਕੀਤਾ। ਭੂਤ ਦੇ ਹੱਥ ਤੇ ਪੈਰ ਹੱਥਕੜੀ ਨਾਲ ਬੰਨੇ ਹੋਏ ਸੀ। ਉਹਨੇ ਮਿਸਟਰ ਸਕਰੂਜ ਨੂੰ ਦੱਸਿਆ ਕਿ ਉਸ ਦੇ ਸਵਾਰਥ ਤੇ ਲਾਲਚ ਦੀ ਵਜ੍ਹਾ ਨਾਲ ਉਹਨੂੰ ਦੰਡ ਮਿਲਿਆ ਤੇ ਉਹਨੂੰ ਹੱਥਕੜੀ ਸਮੇਤ ਹੀ ਪੂਰੀ ਦੁਨੀਆ ਵਿੱਚ ਘੁੰਮਣਾ ਹੈ। ਇਸ ਕਰਕੇ ਉਹਨੇ ਮਿਸਟਰ ਸਕਰੂਜ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀ ਗਲਤੀ ਨਾ ਕਰੇ। ਤੂੰ ਜਾ ਅਤੇ ਮੈਨੂੰ ਨਸੀਹਤ ਨਾ ਦੇ। ਤੂੰ ਮਰ ਚੁੱਕਿਆ ਹੈ। ਆਪਣੀ ਸਜ਼ਾ ਭੁਗਤ। ਠੀਕ ਹੈ ਤਾਂ ਫੇਰ ਸਿਰਫ ਤੈਨੂੰ ਚੇਤਾਵਨੀ ਦੇਣੀ ਸੀ। ਹੁਣ 3 ਭੂਤ ਤੈਨੂੰ ਮਿਲਣ ਆਉਣਗੇ। ਉਹਨਾਂ ਵਿੱਚੋਂ ਇੱਕ ਤੇਰਾ ਤੈਨੂੰ ਅਤੀਤ ਵਿਖਾਵੇਗਾ, ਦੂਜਾ ਵਰਤਮਾਨ ਅਤੇ ਆਖਰੀ ਭੂਤ ਤੈਨੂੰ ਤੇਰਾ ਭਵਿੱਖ ਦਾ ਜੀਵਨ ਵਿਖਾਵੇਗਾ। ਮਿਸਟਰ ਸਕਰੂਜ ਨੇ ਇੰਝ ਜਤਾਇਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਤੇ ਉਹ ਬਿਸਤਰ ਤੇ ਸੌਣ ਦੇ ਲਈ ਚਲੇ ਗਏ। ਤਦੇ ਹੀ ਉਹਨਾਂ ਨੂੰ ਇੱਕ ਰੌਸ਼ਨੀ ਨਜ਼ਰ ਆਈ। ਜਿਵੇਂ ਹੀ ਮਿਸਟਰ ਸਕਰੂਜ ਨੇ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਇੱਕ ਬੱਚੇ ਦਾ ਭੂਤ ਨਜ਼ਰ ਆਇਆ। ਇਹ ਪਿਛਲੇ ਸਾਲਾਂ ਦੇ ਨਵੇਂ ਸਾਲ ਦਾ ਭੂਤ ਸੀ। ਮਿਸਟਰ ਸਕਰੂਜ ਹੈਰਾਨ ਹੋ ਗਏ। ਹਾਏ, ਹੁਣ ਅਸੀਂ ਅਤੀਤ ਦਾ ਨਿੱਕਾ ਜਿਹਾ ਸਫ਼ਰ ਕਰਾਂਗੇ। ਇਹ ਕੀ ਹੋ ਰਿਹਾ ਹੈ? ਕੋਈ ਮੇਰੀ ਮਦਦ ਕਰੋ। ਭੂਤ ਮਿਸਟਰ ਸਕਰੂਜ ਨੂੰ ਉਹਨਾਂ ਦੇ ਬਚਪਨ ਵਿੱਚ ਲੈ ਗਿਆ ਅਤੇ ਉੱਥੇ ਮਿਸਟਰ ਸਕਰੂਜ ਇੱਕ ਬੱਚੇ ਦੇ ਰੂਪ ਵਿੱਚ ਸੀ। ਸਕੂਲ ਵਿੱਚ ਆਪਣੇ ਦੋਸਤਾਂ ਦੇ ਨਾਲ ਕ੍ਰਿਸਮਸ ਟਰੀ ਸਜਾ ਰਹੇ ਸੀ। ਬੱਚਿਆਂ ਨੂੰ ਬਹੁਤ ਮਜ਼ਾ ਆ ਰਿਹਾ ਸੀ। ਮਿਸਟਰ ਸਕਰੂਜ ਵੀ ਬਹੁਤ ਖੁਸ਼ ਸੀ। ਬਾਅਦ ਵਿੱਚ ਭੂਤ ਉਹਨਾਂ ਨੂੰ ਉਹਨਾਂ ਦੇ ਪਹਿਲੇ ਮਾਲਕ ਦੇ ਘਰ ਲੈ ਗਿਆ ਜਦੋਂ ਉਹ ਜਵਾਨ ਸੀ। ਸਾਰੇ ਆਪਣੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ
ਬਹੁਤ ਚੰਗਾ ਸਮਾਂ ਗੁਜ਼ਾਰ ਰਹੇ ਸੀ। ਮਿਸਟਰ ਸਕਰੂਜ ਦੀ ਘਰਵਾਲੀ ਵੀ ਉੱਥੇ ਹੀ ਸੀ। ਉਹ ਇਕੱਠੇ ਨੱਚ ਰਹੇ ਸੀ, ਖੂਬ ਮਜ਼ੇ ਕਰ ਰਹੇ ਸੀ। ਤੇ ਆਖਰ ਵਿੱਚ ਭੂਤ ਉਹਨਾਂ ਨੂੰ ਇੱਕ ਹੋਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਲੈ ਗਿਆ, ਜੋ ਅਤੀਤ ਵਿੱਚ ਸੀ, ਪਰ ਉਹਨਾਂ ਦਾ ਬਾਅਦ ਦਾ ਅਤੀਤ। ਉਹਨਾਂ ਦੀ ਘਰਵਾਲੀ ਰੋ ਰਹੀ ਸੀ। ਇਸ ਤੋਂ ਪਹਿਲਾਂ ਅਸੀਂ ਕਿੰਨੇ ਮਜ਼ੇ ਕਰਦੇ ਸੀ, ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ, ਮੈਨੂੰ ਪਿਆਰ ਕਰਦੇ ਸੀ, ਪਰ ਹੁਣ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਹੈ। ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹਨੂੰ ਹੋਰ ਜ਼ਿਆਦਾ ਨਾ ਵੇਖ ਸਕਣ ਕਰਕੇ ਮਿਸਟਰ ਸਕਰੂਜ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਤੇ ਅਚਾਨਕ ਉਹ ਘਰ ਵਿੱਚ ਸੀ। ਇਸ ਵਾਰ ਇੱਕ ਵੱਡੇ ਹਰੇ ਰੰਗ ਦਾ ਭੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ। ਹੁਣ ਮਿਸਟਰ ਸਕਰੂਜ ਹੋਰ ਵੀ ਜ਼ਿਆਦਾ ਘਬਰਾ ਗਏ। ਇਹ ਇਸ ਨਵੇਂ ਸਾਲ ਦਾ ਭੂਤ ਸੀ। ਆਓ ਮੇਰੇ ਨਾਲ ਵੇਖਦੇ ਹਾਂ ਇਸ ਨਵੇਂ ਸਾਲ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਹਾਇਕ ਦੇ ਘਰ ਵਿੱਚ ਵੇਖਿਆ। ਉਹਨਾਂ ਦੇ ਗਰੀਬ ਸਹਾਇਕ ਦੇ ਘਰ ਵਿੱਚ ਇੱਕ ਬਹੁਤ ਹੀ ਸਧਾਰਨ ਡਿਨਰ ਟੇਬਲ ਸੀ। ਮਿਸਟਰ ਸਕਰੂਜ ਨੂੰ ਲੱਗਿਆ ਕਿ ਪਰਿਵਾਰ ਵਿੱਚ ਹਰ ਕੋਈ ਉਹਨਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਨੇ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਸਹਾਇਕ ਖੜਾ ਹੋਇਆ। ਮੈਨੂੰ ਕੰਮ ਕਰਨ ਦਾ ਮੌਕਾ ਦੇਣ ਅਤੇ ਸਮੇਂ ਤੇ ਤਨਖਾਹ ਦੇਣ ਦੇ ਲਈ ਮੈਂ ਮਿਸਟਰ ਸਕਰੂਜ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਉਹਨਾਂ ਦੇ ਕਰਕੇ ਹੀ ਖਾਣਾ ਖਾ ਪਾ ਰਹੇ ਹਾਂ। ਭਾਵੇਂ ਮਿਸਟਰ ਸਕਰੂਜ ਆਪਣੇ ਸਹਾਇਕ ਦੇ ਲਈ ਹਰ ਮੌਕੇ ਤੇ ਬੁਰਾ ਵਿਹਾਰ ਕਰਦੇ ਸੀ, ਪਰ ਉਹ ਉਹਨਾਂ ਦਾ ਕਿੰਨਾ ਆਭਾਰੀ ਸੀ, ਇਹ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਈ। ਬਾਅਦ ਵਿੱਚ ਉਹਨਾਂ ਨੇ ਸਹਾਇਕ ਦੇ ਬਿਮਾਰ ਬੱਚੇ ਨੂੰ ਵੇਖਿਆ। ਬੱਚਾ ਟੇਬਲ ਦੇ ਉੱਪਰੀ ਕੋਨੇ ਤੇ ਆਪਣੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਉਹ ਦੁਬਲਾ ਪਤਲਾ ਤੇ ਬਿਮਾਰ ਲੱਗ ਰਿਹਾ ਸੀ। ਮਿਸਟਰ ਸਕਰੂਜ ਨੂੰ ਬੱਚੇ ਦੇ ਲਈ ਬਹੁਤ ਦੁੱਖ ਹੋਇਆ। ਇਹ ਬੱਚਾ ਬਹੁਤ ਬਿਮਾਰ ਹੈ ਅਤੇ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ। ਇਹ ਸੁਣਨ ਤੋਂ ਬਾਅਦ ਮਿਸਟਰ ਸਕਰੂਜ ਦੀ ਉਦਾਸੀ ਹੋਰ ਵੱਧ ਗਈ। ਇਸ ਦੇ ਬਾਅਦ ਭੂਤ ਉਹਨਾਂ ਨੂੰ ਉਹਨਾਂ ਦੇ ਭਤੀਜੇ ਦੇ ਘਰ ਲੈ ਗਿਆ। ਉਹਦਾ ਪਰਿਵਾਰ ਖਾਣਾ ਖਾਂਦੇ ਟਾਈਮ ਬਹੁਤ ਮਜ਼ੇ ਕਰ ਰਿਹਾ ਸੀ। ਉੱਥੇ ਇੱਕ ਖਾਲੀ ਸੀਟ ਵੀ ਸੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਕਾਸ਼ ਅੱਜ ਅੰਕਲ ਵੀ ਸਾਡੇ ਨਾਲ ਹੁੰਦੇ। ਮਿਸਟਰ ਸਕਰੂਜ ਨੂੰ ਇਸ ਗੱਲ ਦੀ ਜ਼ਰਾ ਵੀ ਉਮੀਦ ਨਹੀਂ ਸੀ। ਉਹ ਤਾਂ ਹਮੇਸ਼ਾ ਇਹੀ ਸੋਚਦੇ ਸੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਨਫ਼ਰਤ ਕਰਦਾ ਹੈ। ਉਸੇ ਵੇਲੇ ਭੂਤ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਹਨਾਂ ਦਾ ਮਰਨ ਦਾ ਸਮਾਂ ਆ ਗਿਆ ਤੇ ਉਸਨੇ ਜੈਕਟ ਦੇ ਅੰਦਰ ਤੇ 2 ਬੱਚੇ ਵਿਖਾਏ, ਇੱਕ ਮੁੰਡਾ ਤੇ ਇੱਕ ਕੁੜੀ। ਪਰ ਉਹਨਾਂ ਦੇ ਦੁਬਲੇ ਪਤਲੇ ਸਰੀਰ ਤੇ ਡਰਾਵਨੇ ਚਿਹਰਿਆਂ ਦੇ ਨਾਲ ਉਹ ਬੱਚਿਆਂ ਦੀ ਬਜਾਏ 2 ਪੁਰਾਣੇ ਕੰਕਾਲਾਂ ਵਾਂਗ ਨਜ਼ਰ ਆ ਰਹੇ ਸੀ। ਇਹਨਾਂ ਬੱਚਿਆਂ ਨੂੰ ਧਿਆਨ ਨਾਲ ਵੇਖੋ। ਇਹ ਲਾਲਚੀ ਅਤੇ ਮਾੜੇ ਲੋਕਾਂ ਦੇ ਆਗੂ ਹਨ। ਇਹ ਤੁਹਾਡੇ ਮਰਨ ਦਾ ਵੇਲਾ ਹੈ। ਤੁਸੀਂ ਮੁੰਡੇ ਤੇ ਖਾਸ ਧਿਆਨ ਦਿਓ। ਵੱਡਾ ਹਰਾ ਭੂਤ ਵੀ ਗਾਇਬ ਹੋ ਗਿਆ। ਮਿਸਟਰ ਸਕਰੂਜ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਭੂਤ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਚਾਨਕ ਉਹ ਘੜੀ ਦੀ ਆਵਾਜ਼ ਤੋਂ ਚੌਂਕ ਗਏ। ਇਹ ਅੱਧੀ ਰਾਤ ਦਾ ਸਮਾਂ ਸੀ। ਇਸ ਵਾਰ ਉਹਨਾਂ ਦੇ ਸਾਹਮਣੇ ਇੱਕ ਗਹਿਰਾ ਤੇ ਡਰਾਵਨਾ ਭੂਤ ਨਜ਼ਰ ਆਇਆ। ਇਹ ਉਹਨਾਂ ਦੇ ਭਵਿੱਖ ਦਾ ਭੂਤ ਸੀ। ਉਹ ਮਿਸਟਰ ਸਕਰੂਜ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਲੈ ਕੇ ਆਇਆ ਸੀ। ਲੋਕੀ ਕਬਰਿਸਤਾਨ ਤੇ ਉਹਨਾਂ ਦੀ ਕਬਰ ਤੇ ਇਕੱਠੇ ਹੋਏ ਸੀ। ਮਿਸਟਰ ਸਕਰੂਜ ਚੌਂਕ ਗਏ ਜਦ ਉਹਨਾਂ ਨੇ ਆਪਣਾ ਚਿਹਰਾ ਕਬਰ ਦੇ ਪੱਥਰਾਂ ਵਿੱਚ ਵੇਖਿਆ। ਉਹਨਾਂ ਨੇ ਵੇਖਿਆ ਕਿ ਲੋਕੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਕਿਵੇਂ ਚੈਨ ਮਿਲਿਆ ਸੀ ਕਿ ਆਖਰਕਾਰ ਉਹ ਚਲੇ ਗਏ। ਉਸ ਪਲ ਮਿਸਟਰ ਸਕਰੂਜ ਨੇ ਮਹਿਸੂਸ ਕੀਤਾ ਕਿ ਸਾਲਾਂ ਤੋਂ ਉਹ ਇੱਕ ਹੋਰ ਵੀ ਬਦਤਰ ਇਨਸਾਨ ਬਣ ਗਏ ਸੀ ਤੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ। ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸੀ, ਉਹ ਉਹਨਾਂ ਦੀ ਮੌਤ ਤੋਂ ਕਿੰਨੇ ਖੁਸ਼ ਸੀ। ਫਿਰ ਉਹਨਾਂ ਦੇ ਸਹਾਇਕ ਦੇ ਬੇਟੇ ਦੀ ਕਬਰ ਨੂੰ ਵੇਖਿਆ। ਉਹਨਾਂ ਦੇ ਉਲਟ ਬੇਟੇ ਦੀ ਕਬਰ ਫੁੱਲਾਂ ਨਾਲ ਸਜੀ ਹੋਈ ਸੀ। ਉਹ ਹੁਣ ਹੋਰ ਨਹੀਂ ਵੇਖ ਪਾ ਰਹੇ ਸੀ, ਸੋ ਉਹਨਾਂ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਮਿਹਰਬਾਨੀ ਕਰਕੇ ਮੈਨੂੰ ਵਾਪਸ ਲੈ ਚਲੋ। ਹੁਣ ਮੈਂ ਸਮਝ ਗਿਆ। ਮੈਂ ਆਪਣੇ ਜੀਣ ਦਾ ਤਰੀਕਾ ਬਦਲ ਲਵਾਂਗਾ। ਮੈਂ ਉਹ ਸਖਤ ਬੋੜਾ ਅਜੀਬ ਆਦਮੀ ਨਹੀਂ ਲਵਾਂਗਾ। ਦਿਲ ਨਾਲ ਵਾਅਦਾ ਕਰਦਾ ਹਾਂ। ਅਚਾਨਕ ਉਹ ਘਰ ਵਿੱਚ ਸੀ। ਖੁਸ਼ਕਿਸਮਤੀ ਨਾਲ ਹਾਲੇ 12 ਨਹੀਂ ਵੱਜੇ ਸੀ। ਉਹਨਾਂ ਦੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਮਿਸਟਰ ਸਕਰੂਜ ਨੇ ਵੇਖਿਆ
ਕਿ ਹਾਲੇ ਵੀ ਉਹੀ ਦਿਨ ਸੀ। ਹਾਲੇ ਵੀ ਕੁਝ ਚੀਜ਼ਾਂ ਬਦਲਣ ਦਾ ਸਮਾਂ ਉਹਨਾਂ ਦੇ ਕੋਲ ਸੀ। ਬੜੀ ਖੁਸ਼ੀ ਨਾਲ ਉਹ ਸੜਕ ਤੇ ਛਾਲਾਂ ਮਾਰਦੇ ਹੋਏ ਗਏ। ਸਭ ਤੋਂ ਪਹਿਲਾਂ ਉਹ ਕਸਾਈ ਦੇ ਕੋਲ ਗਏ। ਉਹਨਾਂ ਨੇ ਇੱਕ ਵੱਡੀ ਜਿਹੀ ਟਰਕੀ ਖਰੀਦੀ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਉਹਨਾਂ ਨੇ ਇੱਕ ਖਿਡੌਣਾ ਖਰੀਦਿਆ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਭੱਜ ਕੇ ਉਹ ਆਪਣੇ ਭਰਾ ਦੇ ਘਰ ਪਹੁੰਚੇ। ਉੱਥੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਲਈ ਭਤੀਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ। ਉਸ ਰਾਤ ਸਾਰਿਆਂ ਨੇ ਮਿਲ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਹਾਇਕ ਦੇ ਬੇਟੇ ਦਾ ਜ਼ਰੂਰੀ ਇਲਾਜ ਕਰਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸੱਕੇ ਪੁੱਤਰ ਵਰਗਾ ਵਿਹਾਰ ਕੀਤਾ। ਉਹਨਾਂ ਨੇ ਗਰੀਬਾਂ ਦੀ ਮਦਦ ਕੀਤੀ। ਉਹ ਲੋਕਾਂ ਦੇ ਨਾਲ ਹੁਣ ਬਿਹਤਰ ਵਿਹਾਰ ਕਰ ਰਹੇ ਸੀ। ਸਭ ਦੇ ਨਾਲ ਪਿਆਰ ਨਾਲ ਪੇਸ਼ ਆਏ। ਹੁਣ ਉਹ ਸਵਾਰਥੀ, ਰੁੱਖੇ ਤੇ ਸਖਤ ਨਹੀਂ ਰਹੇ ਸੀ, ਤੇ ਨਾ ਹੀ ਹੁਣ ਉਹ ਉਦਾਂ ਦੇ ਕਦੀ ਹੋਣ ਵਾਲੇ ਸੀ। ਇੱਕ ਵਾਰ ਦੂਰ ਦੇਸ਼ ਵਿੱਚ ਇੱਕ ਚੁੜੈਲ ਰਿਹਾ ਕਰਦੀ ਸੀ। ਉਹਦੀ ਉਦਾਸੀ ਦੀ ਵਜ੍ਹਾ ਸੀ ਕਿ ਉਹਨੂੰ ਔਲਾਦ ਨਹੀਂ ਹੋ ਸਕਦੀ ਸੀ, ਕਿਉਂਕਿ ਜੇ ਉਹਦਾ ਬੱਚਾ ਹੁੰਦਾ ਤਾਂ ਉਹ ਉਹਨੂੰ ਆਪਣੇ ਗਹਿਰੇ ਰਹੱਸ ਅਤੇ ਸ਼ਕਤੀਆਂ ਦੇ ਸਕਦੀ ਸੀ। ਇਸ ਕਰਕੇ ਉਹਨੇ ਤੈਅ ਕੀਤਾ ਕਿ ਉਹ ਪਹਿਲੀ ਕੁੜੀ ਨੂੰ ਸਭ ਤੋਂ ਦੂਰ ਲੈ ਜਾ ਕੇ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਵੱਡਾ ਕਰਦੀ। ਬੁਰਾਈ ਦਾ ਜਾਦੂ ਪੂਰੀ ਦੁਨੀਆ ਤੇ ਕਬਜ਼ਾ ਕਰੇਗਾ। ਜਿੱਥੇ ਚੁੜੈਲ ਰਹਿੰਦੀ ਸੀ, ਉਥੋਂ ਥੋੜੀ ਦੂਰੀ ਤੇ ਇੱਕ ਕਿਸਾਨ ਪਤੀ ਪਤਨੀ ਰਹਿੰਦੇ ਸੀ। ਇੱਕ ਦਿਨ ਆਦਮੀ ਨੂੰ ਬੜੀ ਚੰਗੀ ਖਬਰ ਮਿਲੀ ਜੋ ਉਹਨੂੰ ਉਹਦੀ ਘਰਵਾਲੀ ਨੇ ਦਿੱਤੀ ਸੀ। ਸਾਨੂੰ ਬੱਚਾ ਹੋਣ ਵਾਲਾ ਹੈ। ਬਦਕਿਸਮਤੀ ਨਾਲ ਉਹਨਾਂ ਦੀ ਖੁਸ਼ੀ ਲੰਮੇ ਸਮੇਂ ਤੱਕ ਨਹੀਂ ਟਿਕੀ, ਕਿਉਂਕਿ ਜਨਾਨੀ ਬਹੁਤ ਬਿਮਾਰ ਹੋ ਗਈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ, ਉਹਦਾ ਵਜ਼ਨ ਘਟਦਾ ਗਿਆ। ਜੇ ਉਹ ਛੇਤੀ ਠੀਕ ਨਾ ਹੁੰਦੀ ਤਾਂ ਆਪਣੇ ਬੱਚੇ ਨੂੰ ਗਵਾ ਸਕਦੀ ਸੀ। ਉਹਦੇ ਘਰ ਵਾਲੇ ਨੇ ਹਰ ਦਵਾਈ ਤੇ ਹਰ ਫਾਇਦੇਮੰਦ ਜੜੀ ਬੂਟੀ ਦੇ ਕੇ ਵੇਖਿਆ, ਪਰ ਉਹ ਠੀਕ ਨਹੀਂ ਹੋਈ। ਆਖਰਕਾਰ ਡਾਕਟਰ ਨੇ ਕਿਹਾ ਕਿ ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਉਹਦੀ ਘਰ ਵਾਲੀ ਠੀਕ ਹੋ ਸਕਦੀ ਹੈ। ਇੱਕ ਬੁਰੀ ਚੁੜੇਲ ਹੈ ਜਿਸ ਦੇ ਕੋਲ ਹੀ ਸਿਰਫ ਇਸ ਨੂੰ ਠੀਕ ਕਰਨ ਵਾਲੀ ਜੜੀ ਬੂਟੀ ਹੈ। ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਹੈ। ਆਦਮੀ ਆਪਣੀ ਸਾਰੀ ਹਿੰਮਤ ਜੁਟਾ ਕੇ ਚੁੜੈਲ ਦੇ ਮਹਿਲ ਵਿੱਚ ਗਿਆ ਤੇ ਦਰਵਾਜ਼ੇ ਤੇ ਦਸਤਕ ਦਿੱਤੀ। ਇੰਨਾ ਬੇਤੜਕ ਹੋ ਕੇ ਮੇਰਾ ਬੂਹਾ ਖੜਕਾ ਰਿਹਾ ਹੈ, ਲੱਗਦਾ ਕੋਈ ਜ਼ਰੂਰੀ ਗੱਲ ਹੈ। ਉਹ ਮੇਰੀ ਘਰ ਵਾਲੀ ਬਿਮਾਰ ਹੈ ਤੇ ਉਹਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੈਂ ਸੁਣਿਆ ਕਿ ਸਿਰਫ ਤੁਹਾਡੇ ਕੋਲੇ ਉਸ ਦੇ ਇਲਾਜ ਦੇ ਲਈ ਜੜੀ ਬੂਟੀ ਹੈ। ਅੱਛਾ, ਤੇ ਮੈਂ ਤੇਰੀ ਮਦਦ ਕਿਉਂ ਕਰਾਂ? ਮੈਂ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੈ ਤੇ ਜੇ ਉਹਦਾ ਇਲਾਜ ਨਾ ਕੀਤਾ ਗਿਆ ਤਾਂ ਦੋਹਾਂ ਨੂੰ ਗਵਾ ਬੈਠਾਂਗਾ। ਉਹਦੀ ਹਾਲਤ ਦੇ ਬਾਰੇ ਵਿੱਚ ਸੁਣ ਕੇ ਚੁੜੈਲ ਨੇ ਆਪਣਾ ਮਨ ਬਦਲ ਦਿੱਤਾ ਤੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਜੇ ਤੂੰ ਇੰਜ ਕਹਿ ਰਿਹਾ ਤਾਂ ਮੈਂ ਤੇਰੀ ਮਦਦ ਕਰਾਂਗੀ। ਚੁੜੈਲ ਨੇ ਉਹਦੇ ਇਲਾਜ ਵਾਲੀ ਜੜੀ ਬੂਟੀ ਦੇ ਦਿੱਤੀ। ਇਸ ਜੜੀ ਬੂਟੀ ਦੇ ਪੱਤਿਆਂ ਦਾ ਇੱਕ ਇੱਕ ਟੁਕੜਾ ਰੋਜ਼ ਆਪਣੀ ਘਰਵਾਲੀ ਨੂੰ ਖਵਾਈ, ਤੈਨੂੰ ਉਹ ਠੀਕ ਹੁੰਦੀ ਨਜ਼ਰ ਆਵੇਗੀ। ਆਦਮੀ ਖੁਸ਼ੀ ਦੇ ਮਾਰੇ ਭੱਜਦੇ ਹੋਏ ਘਰ ਪਹੁੰਚਿਆ। ਉਹਦੀ ਘਰਵਾਲੀ ਨੇ ਰੋਜ਼ ਪੱਤੇ ਦਾ ਇੱਕ ਟੁਕੜਾ ਖਾਧਾ। ਹੁਣ ਉਹਦੀ ਤਬੀਅਤ ਸੁਧਰਨ ਲੱਗੀ ਤੇ ਉਹਦਾ ਘਟਿਆ ਹੋਇਆ ਵਜ਼ਨ ਵੀ ਵਾਪਸ ਵਧਣ ਲੱਗਾ। ਪਰ ਕੁਝ ਦਿਨਾਂ ਬਾਅਦ ਚੁੜੈਲ ਦੀ ਦਿੱਤੀ ਹੋਈ ਜੜੀ ਬੂਟੀ ਖਤਮ ਹੋ ਗਈ। ਘਰਵਾਲੀ ਦੀ ਤਬੀਅਤ ਫਿਰ ਤੋਂ ਵਿਗੜ ਗਈ। ਇਸ ਵਾਰ ਬਹੁਤ ਹੀ ਘੱਟ ਸਮੇਂ ਵਿੱਚ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਕੋਈ ਉਪਾਅ ਨਾ ਹੋਣ ਕਰਕੇ ਆਦਮੀ ਨੇ ਫਿਰ ਤੋਂ ਚੁੜੈਲ ਦੇ ਮਹਿਲ ਦਾ ਦਰਵਾਜ਼ਾ ਖੜਕਾਇਆ। ਚੁੜੈਲ ਜਾਣਦੀ ਸੀ ਕਿ ਉਹ ਵਾਪਸ ਜ਼ਰੂਰ ਆਵੇਗਾ। ਇਹ ਉਹੀ ਬੀਜ ਹੈ ਜਿਸ ਨਾਲ ਤੇਰੀ ਘਰਵਾਲੀ ਠੀਕ ਹੋ ਸਕਦੀ ਹੈ। ਤੂੰ ਇਹਨਾਂ ਨੂੰ ਆਪਣੇ ਬਗੀਚੇ ਵਿੱਚ ਬੀਜ ਦੇਵੀਂ ਤੇ ਫਿਰ ਤੇਰੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਪਰ ਮੇਰੀ ਇੱਕ ਸ਼ਰਤ ਹੈ।
ਜੇ ਤੇਰੇ ਘਰ ਬੱਚੀ ਜੰਮੀ ਤਾਂ ਤੂੰ ਉਹਨੂੰ ਮੈਨੂੰ ਦੇ ਦੇਂਗਾ। ਮੈਂ ਅਜਿਹੀ ਸ਼ਰਤ ਕਦੇ ਨਹੀਂ ਮੰਨ ਸਕਦਾ। ਤਾਂ ਦਫਾ ਹੋ ਜਾ ਇੱਥੋਂ। ਚੁੜੈਲ ਨੇ ਉਹਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ। ਦੁਖੀ ਹੋ ਕੇ ਆਦਮੀ ਘਰ ਵਾਪਸ ਆ ਗਿਆ। ਉਹ ਆਪਣੀ ਘਰਵਾਲੀ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ। ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ, ਘਰਵਾਲੀ ਦੀ ਹਾਲਤ ਵਿਗੜਦੀ ਗਈ। ਹੁਣ ਬੱਚੇ ਨੂੰ ਵੀ ਖਤਰਾ ਵੱਧ ਗਿਆ ਸੀ। ਆਦਮੀ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ। ਜੇ ਉਹ ਚੁੜੈਲ ਦੀ ਸ਼ਰਤ ਨਹੀਂ ਮੰਨਦਾ ਤਾਂ ਉਹ ਘਰਵਾਲੀ ਤੇ ਬੱਚਾ ਦੋਹਾਂ ਨੂੰ ਗਵਾ ਦੇਵੇਗਾ। ਪਰ ਜੇ ਉਹ ਸ਼ਰਤ ਮੰਨ ਲੈਂਦਾ ਹੈ ਤੇ ਜੇ ਉਹਨੂੰ ਬੇਟਾ ਪੈਦਾ ਹੁੰਦਾ ਹੈ ਤਾਂ ਉਹਦੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਇਸ ਲਈ ਉਹਨੇ ਆਪਣਾ ਮਨ ਬਣਾ ਲਿਆ ਤੇ ਚੁੜੈਲ ਦੇ ਮਹਿਲ ਵਿੱਚ ਗਿਆ। ਉਹਨੇ ਚੁੜੈਲ ਦੀ ਸ਼ਰਤ ਮੰਨ ਲਈ ਤੇ ਬੀਜ ਲੈ ਕੇ ਘਰ ਆ ਗਿਆ। ਚੁੜੈਲ ਦੇ ਦਿੱਤੇ ਹੋਏ ਬੀਜ ਉਹਨੇ ਆਪਣੇ ਬਗੀਚੇ ਵਿੱਚ ਬੋ ਦਿੱਤੇ। ਬੀਜ ਬਹੁਤ ਹੀ ਘੱਟ ਸਮੇਂ ਵਿੱਚ ਉੱਗ ਗਏ। ਆਦਮੀ ਨੇ ਆਪਣੀ ਘਰਵਾਲੀ ਨੂੰ ਬਗੀਚੇ ਵਿੱਚ ਉੱਗੇ ਹੋਏ ਪੱਤੇ ਖਵਾਏ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਉਹਦੀ ਘਰਵਾਲੀ ਠੀਕ ਹੁੰਦੀ ਗਈ ਤੇ ਉਹਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਆਦਮੀ ਨੂੰ ਹੁਣ ਡਰ ਸਤਾ ਰਿਹਾ ਸੀ। ਉਸੇ ਦਿਨ ਰਾਜ ਮਹਿਲ ਵਿੱਚ ਇੱਕ ਜਸ਼ਨ ਮਨਾਇਆ ਜਾ ਰਿਹਾ ਸੀ। ਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਰਾਜਾ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹਦੇ ਬਾਅਦ ਉਹਦਾ ਰਾਜਕੁਮਾਰ ਸੀ ਜੋ ਭਵਿੱਖ ਵਿੱਚ ਰਾਜਾ ਬਣੇਗਾ। ਰਾਜ ਦੀ ਜਨਤਾ ਵੱਡੇ ਦਿਲ ਵਾਲੇ ਰਾਜਾ ਤੇ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਇੱਕ ਦਿਨ ਇਹਨਾਂ ਦੋਹਾਂ ਬੱਚਿਆਂ ਦੇ ਜੀਵਨ ਮਿਲਣਗੇ। ਜਨਾਨੀ ਆਦਮੀ ਦੀ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ। ਉਸੇ ਦਿਨ ਚੁੜੈਲ ਆਈ ਅਤੇ ਬੱਚੀ ਦੀ ਮੰਗ ਕੀਤੀ। ਜਨਾਨੀ ਆਦਮੀ ਨੇ ਭਾਰੀ ਮਨ ਨਾਲ ਬੱਚੀ ਚੁੜੈਲ ਨੂੰ ਸੌਂਪ ਦਿੱਤੀ। ਮੇਰੀ ਬੱਚੀ, ਮੇਰੀ ਬੱਚੀ। ਇਹ ਹੁਣ ਮੇਰੀ ਬੱਚੀ ਹੈ, ਪਰ ਫਿਕਰ ਨਾ ਕਰ, ਮੈਂ ਉਹਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ। ਮੈਂ ਉਹਦਾ ਨਾਂ ਰਪੰਜ਼ਲ ਰੱਖਦੀ ਆਂ। ਚੁੜੈਲ ਬੱਚੀ ਨੂੰ ਲੈ ਕੇ ਜੰਗਲ ਵਿੱਚ ਚਲੀ ਗਈ, ਜਿੱਥੇ ਉਹਦਾ ਬਹੁਤ ਵੱਡਾ ਟਾਵਰ ਸੀ। ਚੁੜੈਲ ਪੌੜੀਆਂ ਤੋਂ ਟਾਵਰ ਦੇ ਬਹੁਤ ਉੱਪਰ ਚਲੀ ਗਈ। ਉਹ ਆਖਰੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਹੁੰਚੀ। ਉੱਥੇ ਚੁੜੈਲ ਨੇ ਬੱਚੀ ਨੂੰ ਇੱਕ ਭਗੂੜੇ ਵਿੱਚ ਰੱਖਿਆ। ਰਪੰਜ਼ਲ, ਮੇਰੀ ਸੋਹਣੀ ਬੱਚੀ। ਚੁੜੈਲ ਨੂੰ ਹੀ ਆਪਣੀ ਮਾਂ ਮੰਨ ਕੇ ਰਪੰਜ਼ਲ ਨੇ ਉਸ ਟਾਵਰ ਵਿੱਚ ਆਪਣਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਦਿਨ ਦੇ ਵੇਲੇ ਰਪੰਜ਼ਲ ਟਾਵਰ ਤੋਂ ਥੱਲੇ ਉਤਰ ਕੇ ਮਹਿਲ ਦੇ ਸਾਹਮਣੇ ਖੇਡਿਆ ਕਰਦੀ ਤੇ ਰਾਤ ਨੂੰ ਦੁਬਾਰਾ ਟਾਵਰ ਦੀ ਆਖਰੀ ਮੰਜ਼ਲ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਵਾਪਸ ਆ ਜਾਂਦੀ। ਚੁੜੈਲ ਨੇ ਰਪੰਜ਼ਲ ਦੇ ਸੁਨਹਿਰੇ ਵਾਲ ਕਦੇ ਨਹੀਂ ਕੱਟੇ। ਉਹ ਰੋਜ਼ ਉਹਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਦੀ। ਛੋਟੀ ਬੱਚੀ ਨੂੰ ਇਹ ਬਹੁਤ ਪਸੰਦ ਸੀ। ਦਿਨ ਗੁਜ਼ਰਦੇ ਗਏ। ਰਪੰਜ਼ਲ ਹੁਣ ਵੱਡੀ ਹੋ ਗਈ ਸੀ ਤੇ ਹੁਣ ਉਹ ਇੱਕ ਜਵਾਨ ਕੁੜੀ ਬਣ ਗਈ ਸੀ। ਇੱਕ ਦਿਨ ਚੁੜੈਲ ਟਾਵਰ ਦੇ ਕੋਲ ਗਈ ਤੇ ਰਪੰਜ਼ਲ ਨੂੰ ਬਾਹਰ ਸੱਦਿਆ। ਰਪੰਜ਼ਲ, ਮੇਰੀ ਸੋਹਣੀ ਧੀ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ। ਉਹਦੇ ਵਾਲ ਹੁਣ ਥੱਲੇ ਜ਼ਮੀਨ ਤੱਕ ਪਹੁੰਚ ਰਹੇ ਸੀ। ਬਹੁਤ ਵਧੀਆ। ਚੁੜੈਲ ਟਾਵਰ ਦੀ ਪੌੜੀਆਂ ਤੱਕ ਪਹੁੰਚ ਗਈ। ਫਿਰ ਆਖਰੀ ਪੌੜੀ ਤੇ ਖੜੇ ਹੋ ਕੇ ਉਹਨੇ ਕੁਝ ਜਾਦੂਈ ਸ਼ਬਦ ਕਹੇ ਤੇ ਪੌੜੀਆਂ ਡਿੱਗਣ ਲੱਗੀਆਂ। ਦੁਨੀਆ ਦੇ ਕੋਈ ਵੀ ਬੋਲ ਇਹਨਾਂ ਪੌੜੀਆਂ ਨੂੰ ਫਿਰ ਤੋਂ ਨਹੀਂ ਲਿਆ ਸਕਦੇ। ਜੋ ਵੀ ਹੋ ਰਿਹਾ ਸੀ ਉਹਨੂੰ ਹੈਰਾਨੀ ਨਾਲ ਵੇਖਦੇ ਹੋਏ ਰਪੰਜ਼ਲ ਸਮਝ ਗਈ ਸੀ ਕਿ ਉਹ ਟਾਵਰ ਤੋਂ ਥੱਲੇ ਕਦੇ ਨਹੀਂ ਉਤਰ ਸਕਦੀ। ਚੁੜੈਲ ਰੋਜ਼ ਟਾਵਰ ਤੋਂ ਥੱਲੇ ਉਤਰਨ ਦੇ ਲਈ ਰਪੰਜ਼ਲ ਦੇ ਵਾਲਾਂ ਦਾ ਇਸਤੇਮਾਲ ਕਰਦੀ ਤੇ ਸ਼ਾਮ ਨੂੰ ਵੀ ਟਾਵਰ ਦੇ ਥੱਲੇ ਆ ਕੇ ਰਪੰਜ਼ਲ ਨੂੰ ਸੱਦਦੀ। ਰਪੰਜ਼ਲ, ਰਪੰਜ਼ਲ, ਆਪਣੇ ਵਾਲ ਥੱਲੇ ਸੁੱਟ, ਤੇਰੀ ਮਾਂ ਆਈ ਏ। ਉਹਦੀ ਆਵਾਜ਼ ਸੁਣ ਕੇ ਰਪੰਜ਼ਲ ਆਪਣੇ ਵਾਲ ਥੱਲੇ ਸੁੱਟਦੀ ਤੇ ਉਹਨਾਂ ਵਾਲਾਂ ਦੇ ਸਹਾਰੇ ਚੜ੍ਹਦੇ ਹੋਏ ਚੁੜੈਲ ਉੱਤੇ ਆ ਜਾਂਦੀ। ਮਾਂ, ਤੂੰ ਮੈਨੂੰ ਟਾਵਰ ਦੇ ਬਾਹਰ ਕਿਉਂ ਨਹੀਂ ਜਾਣ ਦਿੰਦੀ? ਤੂੰ ਮੈਨੂੰ ਇੱਥੇ ਕਿਉਂ ਰੱਖਿਆ ਹੈ?
ਮੇਰੀ ਪਿਆਰੀ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ, ਇਸ ਕਰਕੇ ਤੈਨੂੰ ਦੁਨੀਆ ਦੀ ਬੁਰਾਈ ਤੋਂ ਬਚਾਉਣਾ ਚਾਹਨੀ ਆਂ। ਰਪੰਜ਼ਲ ਸਾਰਾ ਦਿਨ ਗਾਣ ਵਿੱਚ ਅਤੇ ਜੋ ਪੰਛੀ ਉਹਦੀ ਬਾਰੀ ਤੇ ਆ ਕੇ ਬੈਠਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਹੋਏ ਗੁਜ਼ਾਰਦੀ। ਦੂਜੇ ਪਾਸੇ ਜੋ ਬੱਚਾ ਉਸੇ ਦਿਨ ਰਾਜ ਮਹਿਲ ਵਿੱਚ ਪੈਦਾ ਹੋਇਆ ਸੀ ਉਹ ਵੀ ਹੁਣ ਜਵਾਨ ਹੋ ਗਿਆ ਸੀ। ਰਾਜਾ ਹੁਣ ਬੁੱਢਾ ਹੋ ਚੱਲਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਉਹਦਾ ਜਵਾਨ ਬੇਟਾ ਉਹਦੀ ਗੱਦੀ ਸੰਭਾਲੇ, ਰਾਜਕੁਮਾਰੀ ਨਾਲ ਵਿਆਹ ਕਰੇ ਤੇ ਉਸ ਨੂੰ ਪੋਤਰਾ ਦੇਵੇ। ਬਾਕੀ ਰਾਜਾਂ ਦੀ ਕਈ ਰਾਜਕੁਮਾਰੀਆਂ ਮਹਿਲ ਵਿੱਚ ਆ ਕੇ ਜਾਂਦੀਆਂ, ਪਰ ਰਾਜਕੁਮਾਰ ਨੂੰ ਕੋਈ ਵੀ ਆਪਣੀ ਪਤਨੀ ਦੇ ਰੂਪ ਵਿੱਚ ਨਹੀਂ ਪਾਈ। ਆਖਰ ਰਾਜਕੁਮਾਰ ਇੱਕ ਲੰਮੀ ਯਾਤਰਾ ਤੇ ਨਿਕਲ ਪਿਆ ਆਪਣੇ ਅਸਲੀ ਪਿਆਰ ਦੀ ਖੋਜ ਵਿੱਚ। ਜਦੋਂ ਜੰਗਲ ਦੇ ਕੋਲ ਪਹੁੰਚਿਆ ਜਿੱਥੇ ਉਹ ਟਾਵਰ ਬਣਿਆ ਹੋਇਆ ਲੁਕਿਆ ਹੋਇਆ ਸੀ, ਉਹਨੇ ਆਪਣੇ ਆਦਮੀਆਂ ਨੂੰ ਪੁੱਛਿਆ, ਮੈਂ ਇਸ ਜੰਗਲ ਵਿੱਚੋਂ ਕਦੇ ਨਹੀਂ ਗਿਆ, ਚਲੋ ਅੱਜ ਇਸ ਜੰਗਲ ਤੋਂ ਲੰਘਦੇ ਹਾਂ, ਸ਼ਾਇਦ ਸਾਨੂੰ ਕੋਈ ਵਧੀਆ ਰਸਤਾ ਮਿਲ ਜਾਵੇ। ਰਾਜਕੁਮਾਰ, ਇਹ ਜਾਦੂਈ ਜੰਗਲ ਹੈ। ਅਸੀਂ ਸੁਣਿਆ ਕਿ ਜੋ ਵੀ ਇਹਦੇ ਅੰਦਰ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਤੂੰ ਕਹਿ ਰਿਹਾ ਹੈ, ਸ਼ਾਇਦ ਇਹ ਕੋਈ ਅਫਵਾਹ ਹੋਵੇ। ਆਪ ਚੱਲ ਕੇ ਵੇਖਦੇ ਹਾਂ। ਰਾਜਕੁਮਾਰ ਅਤੇ ਉਹਦੇ ਆਦਮੀ ਜੰਗਲ ਵਿੱਚ ਦਾਖਲ ਹੋਏ। ਰਾਜਕੁਮਾਰ ਨੂੰ ਖੁਦ ਤੇ ਭਰੋਸਾ ਸੀ, ਪਰ ਉਹਦੇ ਆਦਮੀਆਂ ਨੂੰ ਨਹੀਂ। ਕੁਝ ਦੇਰ ਬਾਅਦ ਉਹਨਾਂ ਨੂੰ ਉਹ ਟਾਵਰ ਨਜ਼ਰ ਆਇਆ ਜਿੱਥੇ ਰਪੰਜ਼ਲ ਰਹਿੰਦੀ ਸੀ। ਫਿਰ ਉਹਨਾਂ ਨੇ ਰਪੰਜ਼ਲ ਦਾ ਗਾਣਾ ਸੁਣਿਆ। ਕਿੰਨੀ ਮਿੱਠੀ ਆਵਾਜ਼ ਹੈ। ਟਾਵਰ ਦੇ ਨੇੜੇ ਪਹੁੰਚ ਕੇ ਰਾਜਕੁਮਾਰ ਨੇ ਉਹਦਾ ਗਾਣਾ ਸੁਣਿਆ ਤੇ ਕੁਝ ਦੇਰ ਤੱਕ ਉਹਦੀ ਸੁੰਦਰਤਾ ਨੂੰ ਨਿਹਾਰਦਾ ਰਿਹਾ। ਉਸੇ ਵੇਲੇ ਚੁੜੈਲ ਉੱਥੇ ਆਈ ਤੇ ਉਹਨੇ ਰਪੰਜ਼ਲ ਨੂੰ ਸੱਦਿਆ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਚੁੜੈਲ ਦੀ ਆਵਾਜ਼ ਸੁਣ ਕੇ ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ ਤੇ ਉਹ ਚੁੜੈਲ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਅੱਛਾ। ਰਾਜਕੁਮਾਰ ਨੇ ਕੁਝ ਸਮਾਂ ਟਾਵਰ ਦੇ ਆਲੇ ਦੁਆਲੇ ਘੁੰਮਣ ਦਾ ਫੈਸਲਾ ਕੀਤਾ ਅਤੇ ਰਪੰਜ਼ਲ ਨੂੰ ਵੇਖਦਾ ਰਿਹਾ। ਚੁੜੈਲ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਹਰ ਸਵੇਰੇ ਥੱਲੇ ਆਂਦੀ ਅਤੇ ਰਾਤ ਨੂੰ ਉੱਤੇ ਚੜ੍ਹਦੀ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਆਖਰ ਇੱਕ ਦਿਨ ਰਾਜਕੁਮਾਰ ਆਪਣੀ ਸਾਰੀ ਹਿੰਮਤ ਜੁਟਾ ਕੇ ਜਦੋਂ ਚੁੜੈਲ ਉੱਥੇ ਨਹੀਂ ਸੀ, ਟਾਵਰ ਦੇ ਕੋਲ ਗਿਆ ਅਤੇ ਪੁਕਾਰਿਆ, ਰਪੰਜ਼ਲ, ਰਪੰਜ਼ਲ। ਰਪੰਜ਼ਲ ਪਹਿਲੀ ਵਾਰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦੀ ਆਵਾਜ਼ ਸੁਣ ਰਹੀ ਸੀ। ਪਹਿਲਾਂ ਉਹ ਝਿਜਕ ਰਹੀ ਸੀ, ਪਰ ਬਾਅਦ ਵਿੱਚ ਉਹ ਉਤਸੁਕ ਸੀ ਇਹ ਦੇਖਣ ਲਈ ਕਿ ਕੌਣ ਹੋ ਸਕਦਾ ਹੈ। ਇਸ ਲਈ ਉਹਨੇ ਬਾਰੀ ਤੋਂ ਥੱਲੇ ਵੇਖਿਆ। ਉਹਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਥੱਲਿਓਂ ਉਹਦੇ ਵੱਲ ਵੇਖ ਰਿਹਾ ਸੀ। ਤੂੰ ਕੌਣ ਹੈ ਤੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਮੈਂ ਇਸ ਰਾਜ ਦਾ ਰਾਜਕੁਮਾਰ ਹਾਂ। ਮੈਂ ਤੇਰੀ ਮਨਮੋਹਣੀ ਆਵਾਜ਼ ਸੁਣੀ ਤੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਤੈਨੂੰ ਮੇਰੇ ਕੋਲੋਂ ਕੋਈ ਖਤਰਾ ਨਹੀਂ, ਮੈਂ ਵਾਅਦਾ ਕਰਦਾ ਹਾਂ। ਕਿਰਪਾ ਕਰਕੇ ਥੱਲੇ ਆ ਤਾਂ ਕਿ ਅਸੀਂ ਗੱਲ ਕਰ ਸਕੀਏ। ਮੈਂ ਨਹੀਂ ਆ ਸਕਦੀ, ਇੱਥੇ ਪੌੜੀਆਂ ਨਹੀਂ ਨੇ। ਉਸੇ ਵੇਲੇ ਰਪੰਜ਼ਲ ਨੇ ਚੁੜੈਲ ਮਾਂ ਨੂੰ ਆਂਦੇ ਵੇਖਿਆ। ਛੇਤੀ ਚਲੇ ਜਾਓ ਇੱਥੋਂ, ਨਹੀਂ ਤਾਂ ਮੇਰੀ ਮਾਂ ਤੁਹਾਨੂੰ ਵੇਖ ਲਵੇਗੀ। ਰਾਜਕੁਮਾਰ ਫਟਾਫਟ ਪੇੜ ਦੇ ਪਿੱਛੇ ਲੁਕ ਗਿਆ। ਟਾਵਰ ਦੇ ਕੋਲ ਪਹੁੰਚ ਕੇ ਚੁੜੈਲ ਨੇ ਪੁਕਾਰਿਆ ਤੇ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਰਾਜਕੁਮਾਰ ਰੋਜ਼ ਆਣ ਲੱਗਿਆ। ਹੁਣ ਉਹ ਦੋਸਤ ਬਣ ਗਏ ਸੀ। ਹੁਣ ਤੱਕ ਉਹ ਜਾਣ ਚੁੱਕੀ ਸੀ ਕਿ ਉਹਨੂੰ ਰਾਜਕੁਮਾਰ ਤੋਂ ਕੋਈ ਖਤਰਾ ਨਹੀਂ, ਇਸ ਲਈ ਉਹਨੇ ਆਪਣੇ ਵਾਲ ਥੱਲੇ ਸੁੱਟੇ। ਰਾਜਕੁਮਾਰ ਉਹਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਿਆ। ਰਪੰਜ਼ਲ ਬਹੁਤ ਖੁਸ਼ ਸੀ। ਉਹਨੇ ਪਹਿਲਾਂ ਕਦੇ ਕੋਈ ਆਦਮੀ ਨਹੀਂ ਵੇਖਿਆ ਸੀ ਅਤੇ ਅੱਜ ਰਾਜਕੁਮਾਰ ਉਹਦੇ ਸਾਹਮਣੇ ਖੜਾ ਸੀ। ਤੇਰੀ ਮਾਂ ਨੇ ਤੈਨੂੰ ਇਸ ਟਾਵਰ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ? ਮਾਂ ਮੈਨੂੰ ਕਹਿੰਦੀ ਹੈ ਕਿ ਇਹ ਦੁਨੀਆ ਬੁਰਾਈ ਨਾਲ ਭਰੀ ਹੋਈ ਹੈ। ਉਹ ਮੇਰੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤੇ ਹੱਸਣ ਵਾਲੀ ਗੱਲ ਹੈ। ਭਲਾ ਕਦੀ ਕੋਈ ਮਾਂ ਵੀ ਆਪਣੀ ਧੀ ਨੂੰ ਅਜਿਹੀ ਥਾਂ ਤੇ ਬੰਦੀ ਬਣਾ ਕੇ ਰੱਖੇਗੀ? ਹਾਂ, ਇਹ ਸੱਚ ਹੈ ਕਿ ਦੁਨੀਆ ਵਿੱਚ ਬੁਰਾਈ ਹੈ, ਪਰ ਫਿਰ ਵੀ
ਸੁੰਦਰਤਾ ਵੀ ਤਾਂ ਕੋਈ ਚੀਜ਼ ਹੈ ਨਾ। ਰਪੰਜ਼ਲ ਇਹ ਵੇਖਣ ਦੇ ਲਈ ਉਤਸੁਕ ਸੀ ਕਿ ਕੀ ਰਾਜਕੁਮਾਰ ਜੋ ਕਹਿ ਰਿਹਾ ਉਹ ਸੱਚ ਹੈ, ਅਤੇ ਉਹ ਵੀ ਬਾਹਰ ਦੀ ਦੁਨੀਆ ਨੂੰ ਵੇਖਣਾ ਤੇ ਜਾਣਨਾ ਚਾਹੁੰਦੀ ਸੀ। ਆਖਰਕਾਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਕੱਠੇ ਭੱਜਣ ਦਾ ਫੈਸਲਾ ਕੀਤਾ। ਉਸ ਰਾਤ ਜਦੋਂ ਚੁੜੈਲ ਟਾਵਰ ਤੇ ਪਹੁੰਚੀ, ਉਹਨੇ ਰਪੰਜ਼ਲ ਦੇ ਵਾਲ ਥੱਲੇ ਸੁੱਟੇ ਹੋਏ ਵੇਖੇ। ਰਪੰਜ਼ਲ ਨੇ ਮੈਨੂੰ ਆਂਦੇ ਹੋਏ ਵੇਖ ਲਿਆ, ਸ਼ਾਇਦ ਇਸੇ ਕਰਕੇ ਵਾਲ ਥੱਲੇ ਸੁੱਟੇ ਨੇ। ਟਾਵਰ ਚੜਨ ਤੋਂ ਬਾਅਦ ਉਹਨੇ ਵੇਖਿਆ ਕਿ ਰਪੰਜ਼ਲ ਦੇ ਵਾਲ ਕੱਟ ਕੇ ਬਾਰੀ ਦੇ ਨਾਲ ਬੰਨੇ ਹੋਏ ਸੀ ਤੇ ਰਪੰਜ਼ਲ ਕਿਧਰੇ ਵੀ ਨਹੀਂ ਸੀ। ਉਸੇ ਪਲ ਉਹਨੂੰ ਅਹਿਸਾਸ ਹੋਇਆ ਕਿ ਰਪੰਜ਼ਲ ਭੱਜ ਗਈ ਹੈ। ਰਪੰਜ਼ਲ ਨੇ ਆਪਣੇ ਵਾਲ ਕੱਟ ਕੇ ਬਾਰੀ ਨਾਲ ਬੰਨ੍ਹ ਦਿੱਤੇ ਸੀ ਤੇ ਉਸੇ ਦੇ ਸਹਾਰੇ ਉਹ ਤੇ ਰਾਜਕੁਮਾਰ ਟਾਵਰ ਤੋਂ ਥੱਲੇ ਉਤਰੇ ਸੀ। ਰਪੰਜ਼ਲ, ਰਪੰਜ਼ਲ, ਤੂੰ ਮੈਨੂੰ ਧੋਖਾ ਦੇਣ ਦੀ ਹਿੰਮਤ ਕਿਵੇਂ ਕੀਤੀ? ਇਸੇ ਦਰਮਿਆਨ ਰਪੰਜ਼ਲ ਤੇ ਰਾਜਕੁਮਾਰ ਉਸ ਜਾਦੂਈ ਜੰਗਲ ਤੋਂ ਬਾਹਰ ਆਏ। ਜੰਗਲ ਜਾਦੂਈ ਹੋਣ ਦੀ ਕਹਾਣੀ ਚੁੜੈਲ ਦੀ ਬਣਾਈ ਹੋਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉੱਥੇ ਆ ਕੇ ਰਪੰਜ਼ਲ ਨੂੰ ਵੇਖੇ। ਰਪੰਜ਼ਲ ਤੇ ਰਾਜਕੁਮਾਰ ਆਖਰਕਾਰ ਮਹਿਲ ਵਿੱਚ ਪਹੁੰਚੇ। ਰਪੰਜ਼ਲ ਦੇ ਨਾਲ ਰਾਜਕੁਮਾਰ ਰਾਜਾ ਤੇ ਰਾਣੀ ਦੇ ਸਾਹਮਣੇ ਗਿਆ ਤੇ ਵੇਖਿਆ ਕਿ ਰਾਜਾ ਇੱਕਦਮ ਸਿਹਤਮੰਦ ਉਹਦੇ ਸਾਹਮਣੇ ਖੜੇ ਸੀ। ਪਿਤਾ ਜੀ, ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਹੋ। ਇਹ ਕਿਵੇਂ ਹੋਇਆ? ਇੱਕ ਜੜੀ ਬੂਟੀ ਨੇ ਤੇਰੇ ਪਿਤਾ ਜੀ ਨੂੰ ਸਿਹਤਮੰਦ ਕੀਤਾ ਮੇਰੇ ਪੁੱਤਰ। ਕੀ ਕਹਿੰਦੇ ਨੇ ਉਸਨੂੰ? ਰਪੰਜ਼ਲ। ਰਪੰਜ਼ਲ? ਰਾਜਕੁਮਾਰ ਨੇ ਉਹਨਾਂ ਨੂੰ ਸਭ ਦੱਸਿਆ ਜੋ ਵੀ ਉਹਦੇ ਨਾਲ ਹੋਇਆ ਸੀ। ਰਾਜਾ ਨੇ ਦੱਸਿਆ ਕਿ ਇੱਕ ਬੁੱਢੇ ਜਨਾਨੀ ਆਦਮੀ ਨੇ ਉਹਨਾਂ ਨੂੰ ਉਹ ਜੜੀ ਬੂਟੀ ਦਿੱਤੀ ਸੀ ਤੇ ਉਹਨਾਂ ਨੂੰ ਬੁਰੀ ਚੁੜੈਲ ਦੀ ਕਹਾਣੀ ਵੀ ਸੁਣਾਈ ਕਿ ਕਿਵੇਂ ਉਹ ਉਹਨਾਂ ਦੀ ਬੇਟੀ ਨੂੰ ਪੈਦਾ ਹੁੰਦੇ ਹੀ ਲੈ ਗਈ ਸੀ। ਰਾਜਕੁਮਾਰ ਤੇ ਰਪੰਜ਼ਲ ਉਸ ਬੁੱਢੇ ਜਨਾਨੀ ਆਦਮੀ ਦੇ ਘਰ ਗਏ। ਜਿਵੇਂ ਹੀ ਉਸ ਜਨਾਨੀ ਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਵੇਖਿਆ, ਉਹਨੇ ਪਛਾਣ ਲਿਆ ਕਿ ਉਹ ਉਹਨਾਂ ਦੀ ਹੀ ਧੀ ਰਪੰਜ਼ਲ ਹੈ, ਜਿਸ ਨੂੰ ਚੁੜੈਲ ਉਹਨਾਂ ਦੇ ਕੋਲੋਂ ਖੋਹ ਕੇ ਲੈ ਗਈ ਸੀ। ਮੇਰੀ ਧੀ, ਮੇਰੀ ਬੱਚੀ, ਆਖਰ ਤੂੰ ਮੈਨੂੰ ਮਿਲ ਹੀ ਗਈ। ਪੂਰੀ ਕਹਾਣੀ ਸੁਣ ਕੇ ਰਪੰਜ਼ਲ ਸਮਝ ਗਈ ਕਿ ਇਹ ਉਸਦੇ ਹੀ ਮਾਪਿਓ ਹਨ। ਉਹ ਉਹਨਾਂ ਦੇ ਗਲ ਜਾ ਲੱਗੀ। ਰਾਜਕੁਮਾਰ ਤੇ ਰਪੰਜ਼ਲ ਦਾ ਵਿਆਹ ਹੋਇਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਤਾਂ ਟਾਵਰ ਵਿੱਚ ਫਸੀ ਚੁੜੈਲ ਦੇ ਨਾਲ ਕੀ ਹੋਇਆ? ਰਾਜਾ ਨੇ ਚੁੜੈਲ ਨੂੰ ਫੜਿਆ ਤੇ ਉਸੇ ਟਾਵਰ ਵਿੱਚ ਕੈਦ ਕਰ ਦਿੱਤਾ ਤੇ ਟਾਵਰ ਦੇ ਥੱਲੇ ਸੈਨਿਕ ਤੈਨਾਤ ਕਰ ਦਿੱਤੇ ਤਾਂ ਜੋ ਚੁੜੈਲ ਉੱਥੋਂ ਭੱਜ ਨਾ ਸਕੇ। ਚੁੜੈਲ ਦੇ ਨਾਲ ਹੀ ਉਹਦੇ ਗਹਿਰੇ ਜਾਦੂਈ ਰਹੱਸ ਵੀ ਗਾਇਬ ਹੋ ਗਏ।